ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਪੰਕਤੀਆਂ ਜਦੋਂ ਵੀ ਚੇਤੇ ਆਉਂਦੀਆਂ ਹਨ ਤਾਂ ਸਾਨੂੰ ਸਾਂਝੀਵਾਲਤਾ ਦਾ ਸੰਕਲਪ ਦਿਖਾਈ ਦਿੰਦਾ ਹੈ। ਦਰਅਸਲ ਇਹ ਪੰਕਤੀਆਂ ਨੇਤਾ ਪ੍ਰਤੀ ਹਰ ਗੁਰਸਿੱਖ, ਹਰ ਇੱਕ ਨਾਨਕ ਨਾਮ ਲੇਵਾ ਸਿੱਖ ਅਰਦਾਸ ਦੇ ਅੰਤ ਵਿੱਚ ਦੁਹਰਾਉਂਦਾ ਹੈ ਔਰ ਕੁੱਲ ਲੁਕਾਈ ਕੁੱਲ ਆਲਮ ਦੇ ਭਲੇ ਦੀ ਜਾਚਨਾ ਅਰਜ਼ੋਈ ਕਰਨ ਲੱਗਿਆਂ ਉਸ ਅਕਾਲ ਪੁਰਖ ਪਾਸੋਂ ਕਰਦਾ ਹੈ। ਵਿਸ਼ਾਲ ਅਰਥੀ ਇਹ ਪੰਕਤੀ ਦੇ ਦੋ ਭਾਵ ਹਨ। ਪਹਿਲਾ ਭਾਵ ਹੈ ਅਕਾਲ ਪੁਰਖ ਦਾ ਨਾਮ ਲੈਣ ਵਾਲੇ ਦੀ ਹਮੇਸ਼ਾ ਚੜ੍ਹਦੀ ਕਲਾ ਹੁੰਦੀ ਹੈ। ਹਮੇਸ਼ਾ ਉਹ ਪ੍ਰਾਣੀ ਚੜ੍ਹਦੀ ਕਲਾ ਦੇ ਵਿੱਚ ਵਿਚਰਦਾ ਹੈ। ਇਸ ਦਾ ਅਰਥ ਇਹ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਹੀ ਚੜ੍ਹਦੀ ਕਲਾ ਵਾਲਾ ਹੈ, ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਇਸ ਦੀ ਵਿਚਾਰ ਆਪਾਂ ਅੱਗੇ ਕਰਦੇ ਹਾਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਘੋਰ ਕਲਯੁਗ ਦੇ ਸਮੇਂ ਅਵਤਾਰ ਧਾਰਿਆ ਸੀ, ਜਦੋਂ ਮੱਸਿਆ ਦੀ ਕਾਲੀ ਬੋਲੀ ਰਾਤ ਬੜੀ ਲੰਮੇਰੀ ਹੋ ਗਈ ਸੀ। ਅਰਥਾਤ ਸ੍ਰਿਸ਼ਟੀ ਦੇ ਵਿੱਚ ਅਗਿਆਨਤਾ ਸੀ, ਨਫ਼ਰਤ ਸੀ, ਈਰਖਾ ਸੀ, ਧਰਮਤਾ ਸੀ, ਪਰ ਧਰਮ ਦੇ ਸਹੀ ਅਰਥ, ਉਚਿਤ ਅਰਥ ਮਨੁੱਖਤਾ ਨੂੰ ਸਮਝ ਨਹੀਂ ਸੀ ਆਉਂਦੇ। ਸਾਰੀ ਸ੍ਰਿਸ਼ਟੀ ਵਿੱਚ ਹਾਹਾਕਾਰ ਮਚੀ ਹੋਈ ਸੀ। ਤੋ ਐਸੇ ਸਮੇਂ ਤਰਤ ਲੁਕਾਈ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਸ ਲੋਕ ਵਿੱਚ ਭੇਜਿਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਸੰਬੰਧੀ ਦੋ ਧਾਰਨਾਵਾਂ ਹਨ। ਇੱਕ ਧਾਰਨਾ ਅਨੁਸਾਰ, ਜੋ ਕਿ ਪੁਰਾਤਨ ਜਨਮ ਸਾਖੀ ਅਨੁਸਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਵੈਸਾਖ ਵਦੀ ਤੀਜ ਸੰਮਤ 1526 ਬਿਕਰਮੀ ਨੂੰ ਹੋਇਆ ਮੰਨਿਆ ਜਾਂਦਾ ਹੈ। ਭਾਈ ਬਾਲੇ ਵਾਲੀ ਜਨਮ ਸਾਖੀ ਅਨੁਸਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਇਸ ਲੋਕ ਵਿੱਚ ਕੱਤਕ ਦੇ ਮਹੀਨੇ ਪੁੰਨਿਆਂ ਵਾਲੇ ਦਿਹਾੜੇ ਸੰਮਤ 1526 ਬਿਕਰਮੀ ਵਿੱਚ ਮੰਨਿਆ ਹੈ। ਕਿਸੇ ਕਵੀ ਨੇ ਤਾਂ ਲਿਖ ਵੀ ਦਿੱਤਾ, ਪੁੰਨਿਆ ਕੱਤਕ ਦੀ ਆਈ, ਲੱਖਾਂ ਖੁਸ਼ੀਆਂ ਲਿਆਈ, ਗੀਤ ਗਾਉਂਦੇ ਨਰ ਨਾਰ, ਲਿੱਤਾ ਨਾਨਕ ਅਵਤਾਰ, ਅੱਜ ਵਿੱਚ ਤਲਵੰਡੀ, ਮਾਤਾ ਤ੍ਰਿਪਤਾ ਦੇ ਵਿਹੜੇ, ਰੌਣਕ ਦੂਣ ਸਵਾਈ। ਚੰਨ ਪੁੰਨਿਆ ਦਾ ਆਇਆ, ਹੋਇਆ ਦੂਰ ਹਨੇਰਾ, ਸਾਰੇ ਜਗ ਰੋਸ਼ਨਾਈ, ਮਿਲ ਦੇਵਤੇ ਵੀ ਆਏ, ਸੋਹਣੇ ਗੀਤ ਵੀ ਅਲਾਏ, ਕਹਿੰਦੇ ਧੰਨ ਨਿਰੰਕਾਰ, ਲਿੱਤਾ ਨਾਨਕ ਅਵਤਾਰ। ਕਵੀ ਵਜਦ ਵਿੱਚ ਆ ਗਿਆ, ਉਸ ਦਾ ਮਨ ਉਮੰਗ ਦੇ ਵਿੱਚ ਆ ਗਿਆ ਤੇ ਉਸਨੇ ਇਹ ਰਚਨਾ ਕਰ ਦਿੱਤੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਦੇ ਨਾਲ ਕਿਹਾ ਜਾਂਦਾ ਹੈ, ਪ੍ਰਮਾਣਿਕ ਹਵਾਲੇ ਮਿਲਦੇ ਹਨ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਗਗਨ ਮੰਡਲ ਦੇ ਵਿੱਚ ਇਸ ਤਰ੍ਹਾਂ ਉਦੈ ਹੋਏ ਜਿਸ ਤਰ੍ਹਾਂ ਕੋਈ ਤੇਜਸਵੀ ਸੂਰਜ ਉਦੈ ਹੁੰਦਾ ਹੈ। ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਦੀ 27ਵੀਂ ਪੌੜੀ ਵਿੱਚ ਫਰਮਾਇਆ ਹੈ, ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਵਾ, ਜਿਉ ਕਰ ਸੂਰਜ ਨਿਕਲਿਆ, ਤਾਰੇ ਛਪ ਅੰਧੇਰ ਪਲੋਵਾ। ਜਿਸ ਤਰ੍ਹਾਂ ਕਿ ਬਹੁਤ ਸਾਰੀ ਧੁੰਦ ਹੋਵੇ ਤਾਂ ਉਸ ਨੂੰ ਜੋ ਸ਼ਕਤੀਸ਼ਾਲੀ ਜੋ ਪ੍ਰਕਾਸ਼ ਦੇ ਸਰੋਤ ਹਨ ਉਹ ਵੀ ਦੂਰ ਨਹੀਂ ਕਰ ਸਕਦੇ। ਜਦੋਂ ਸੂਰਜ ਉਦੈ ਹੁੰਦਾ ਹੈ ਤਾਂ ਧੁੰਦ ਪਲਾਇਨ ਕਰ ਜਾਂਦੀ ਹੈ, ਦੂਰ ਹੋ ਜਾਂਦੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੁੰਦਾ ਹੈ ਤਾਂ ਸਮਾਜ ਵਿੱਚ ਅਗਿਆਨਤਾ ਸੀ ਔਰ ਮੱਸਿਆ ਦੀ ਕਾਲੀ ਲੰਮੀ ਬੋਲੀ ਰਾਤ ਸੀ, ਨਫ਼ਰਤ ਸੀ, ਈਰਖਾ ਸੀ, ਕਰਮਕਾਂਡ ਸਨ, ਧਰਮ ਸੀ ਪਰ ਧਰਮ ਦੇ ਅਰਥ ਕਿਸੇ ਨੂੰ ਪਤਾ ਹੀ ਨਹੀਂ ਸਨ। ਤੋ ਐਸੇ ਸਮੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਮਹਾਨ ਸੂਰਜ ਦੀ ਨਿਆਈ ਉਦੈ ਹੋਏ। ਅਗਿਆਨਤਾ, ਨਫ਼ਰਤ, ਈਰਖਾ ਇਹ ਸਭ ਕੁਝ ਪਲਾਇਨ ਹੋ ਗਿਆ ਔਰ ਗੁਰਮਤਿ ਦਾ ਪ੍ਰਕਾਸ਼ ਹੋ ਗਿਆ। ਦੂਸਰੀ ਜੋ ਉਦਾਹਰਨ ਦਿੱਤੀ ਹੈ ਉਹ ਇਹ ਹੈ ਕਿ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਵਾ। ਜਦੋਂ ਅਕਸਰ ਜੰਗਲ ਦੇ ਵਿੱਚ ਸ਼ੇਰ ਗੱਜਦਾ ਹੈ ਤਾਂ ਹਿਰਨਾਂ ਦੀਆਂ ਡਾਰਾਂ ਨੂੰ ਭਾਜਣਾ ਪੈ ਜਾਂਦੀਆਂ ਹਨ,
ਧੀਰਜ ਨਹੀਂ ਆਉਂਦਾ। ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ। ਭੰਨੀ ਜਾਏ ਤੋਂ ਭਾਵ ਹੈ ਭਾਜਣਾ ਪੈ ਜਾਣੀਆਂ। ਨਾ ਧੀਰ ਧਰੋਵਾ ਤਾਂ ਕੋਈ ਉਹਨਾਂ ਨੂੰ ਚੈਨ ਨਹੀਂ ਆਉਂਦਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਨ ਮਾਨਵਤਾਵਾਦੀ ਹੋਏ ਨੇ। ਆਪ ਜੀ ਦਾ ਗੁਰਗੱਦੀ ਕਾਲ ਤੇ ਕਾਰਜ ਅਵਤਾਰ ਲੈਂਦਿਆਂ ਹੀ ਆਰੰਭ ਹੋ ਜਾਂਦਾ ਹੈ। ਆਪ ਨੇ ਈਸਵੀ ਸਨ 1469 ਦੇ ਵਿੱਚ ਅਵਤਾਰ ਧਾਰਿਆ ਹੈ। ਆਪ ਜੀ ਦੀ ਮੁੱਢਲੀ ਸਿੱਖਿਆ ਪਾਂਧਾ ਗੋਪਾਲ ਦਾਸ ਜੀ ਪਾਸ ਹੋਈ ਹੈ, ਜਿਨ੍ਹਾਂ ਪਾਸੋਂ ਆਪ ਨੇ ਜੋ ਦੇਸੀ ਭਾਸ਼ਾ ਸੀ ਉਸ ਦਾ ਅਧਿਐਨ ਕੀਤਾ। ਉਪਰੰਤ ਆਪ ਜੀ ਥੋੜ੍ਹੇ ਵੱਡੇ ਹੁੰਦੇ ਨੇ ਤੇ ਆਪ ਜੀ ਨੂੰ ਸੰਸਕ੍ਰਿਤ ਭਾਸ਼ਾ ਦੀ ਸਿਖਲਾਈ ਦੇ ਲਈ ਪੰਡਿਤ ਬ੍ਰਿਜਲਾਲ ਹੋਰਾਂ ਪਾਸ ਭੇਜਿਆ ਗਿਆ। ਆਪ ਤੇ ਜਾਨੀ ਜਾਣ ਸਨ, ਮਹਾਨ ਗਿਆਤਾ ਸਨ, ਪਰ ਇੱਕ ਰਸਮ ਹੁੰਦੀ ਹੈ। ਮਾਤਾ ਪਿਤਾ ਨੂੰ ਫਿਕਰ ਹੁੰਦਾ ਹੈ ਕਿ ਬੱਚੇ ਨੂੰ ਤਾਲੀਮ ਦਿੱਤੀ ਜਾਵੇ, ਤਾਲੀਮ ਯਾਫਤਾ ਕੀਤਾ ਜਾਵੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਾਰਸੀ ਦੀ ਸਿੱਖਿਆ ਉਹ ਮੌਲਵੀ ਕੁਤਬਦੀਨ ਹੋਰਾਂ ਪਾਸੋਂ ਪ੍ਰਾਪਤ ਕੀਤੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਿਦਿਆ ਦਾ ਸਬਕ ਦੇਣ ਵਾਲਿਆਂ ਨੂੰ ਆਪ ਐਸਾ ਸਬਕ ਦੇ ਗਏ ਕਿ ਉਹਨਾਂ ਦੇ ਜੋ ਚਕਸ਼ੂ ਸਨ ਉਹ ਖੁੱਲ ਗਏ, ਕਪਾਟ ਖੁੱਲ ਗਏ। ਐਸੀ ਮਹਾਨ ਸ਼ਖਸੀਅਤ ਹੋਏ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਜਾਂ ਇੰਜ ਕਹਿ ਲਈਏ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਹੁ ਆਯਾਮੀ ਸ਼ਖਸੀਅਤ ਦੇ ਸਵਾਮੀ ਹੋਏ ਨੇ, ਬਹੁ ਪੱਖੀ ਸ਼ਖਸੀਅਤ ਦੇ ਸਵਾਮੀ ਹੋਏ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਰਹਿਮਤਾਂ ਦੇ ਪਾਤਰ ਸਨ। ਇਸ ਦਾ ਹਵਾਲਾ ਵੀ ਭਾਈ ਗੁਰਦਾਸ ਜੀ ਇੱਕ ਪ੍ਰਸੰਗ ਵਿੱਚ ਦਿੰਦੇ ਹਨ। ਪਹਿਲੀ ਵਾਰ ਦੀ 24ਵੀਂ ਪੌੜੀ ਵਿੱਚ ਆਪ ਫਰਮਾਉਂਦੇ ਹਨ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਕਾਲ ਕਮਾਈ। ਅਰਥਾਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਰੱਬੀ ਰਹਿਮਤ ਦਾ ਦਰ ਪ੍ਰਾਪਤ ਕੀਤਾ ਔਰ ਫਿਰ ਉਸ ਅਕਾਲ ਪੁਰਖ, ਉਸ ਰੱਬ ਦੇ ਸ਼ਾਸਨ ਦਾ ਅਨੁਸਰਨ ਕੀਤਾ। ਆਪਣੇ ਦਿਲੋਂ ਦਿਮਾਗ ਨੂੰ ਉਸ ਦੇ ਸ਼ਾਸਨ ਦੇ ਵਿੱਚ ਸਮਰਪਿਤ ਕਰ ਦਿੱਤਾ। ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਕਾਲ ਕਮਾਈ। ਕਰੜੀ ਕਾਲ ਨਾ ਕੀਤੀ, ਰੇਤ ਅਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ। ਗਰੀਬੀ ਨੂੰ ਗਦਾ ਬਣਾ ਲਿਆ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਨ ਆਈ। ਇਤਨੀ ਕਾਲ ਨਾ ਕਾਲੀ, ਧਰਮ ਕਾਰਜ ਕੀਤਾ ਕਿ ਪ੍ਰਭੂ ਦੇ ਨਾਲ ਪ੍ਰੀਤ ਬਨ ਆਈ। ਬਾਬਾ ਪੈਂਧਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੱਚਖੰਡ ਦੀ ਅਵਸਥਾ ਤੱਕ ਪਹੁੰਚ ਗਏ ਔਰ ਆਪ ਨੇ 9 ਨਿਧੀਆਂ ਪ੍ਰਦਾਨ ਕਰਨ ਵਾਲਾ ਪ੍ਰਭੂ ਦਾ ਨਾਮ ਪ੍ਰਾਪਤ ਕਰ ਲਿਆ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅੰਤਰ ਧਿਆਨ ਹੁੰਦੇ ਨੇ ਤਾਂ ਉਹਨਾਂ ਨੂੰ ਸਾਰੀ ਪ੍ਰਿਥਵੀ ਹਾਹਾਕਾਰ ਕਰਦੀ ਹੋਈ ਦਿਖਾਈ ਦਿੰਦੀ ਹੈ। ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਮਹਿਸੂਸ ਹੋਇਆ ਕਿ ਗੁਰੂ ਤੋਂ ਬਿਨਾ ਸਭ ਗੁਬਾਰ ਹੈ, ਅੰਧੇਰਾ ਹੈ, ਲੁਕਾਈ ਹਾਹਾਕਾਰ ਕਰ ਰਹੀ ਹੈ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਆਪਨੇ ਭੇਖ ਧਾਰਨ ਕੀਤਾ ਔਰ ਦੇਸ਼ਾਂ ਦੇਸ਼ਾਂਤਰਾਂ ਦਾ, ਵਿਦੇਸ਼ਾਂ ਦਾ ਭ੍ਰਮਣ ਕੀਤਾ। ਇੱਕ ਅਕਾਲ ਪੁਰਖ ਦੀ ਆਰਾਧਨਾ ਦਾ ਉਪਦੇਸ਼ ਦਿੱਤਾ। ਲੁਕਾਈ ਨੂੰ ਕਰਮ ਕਾਂਡਾਂ ਚੋਂ ਕੱਢਿਆ, ਵਹਿਮਾਂ ਭਰਮਾਂ ਚੋਂ, ਪਖੰਡਾਂ ਚੋਂ ਕੱਢਿਆ। ਚੜਿਆ ਸੋਧਨ ਧਰਤ ਲੁਕਾਈ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਲੁਕਾਈ ਦਾ ਕਲਿਆਣ ਕਰਨ ਲਈ 4 ਉਦਾਸੀਆਂ ਧਾਰਨ ਕਰਦੇ ਨੇ। ਇਤਿਹਾਸਕਾਰ ਲਿਖਦੇ ਨੇ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਕਰੀਬਨ 25,000 ਮੀਲ ਸਫ਼ਰ ਕੀਤਾ ਹੈ। ਨਾਲ ਸਾਥੀ ਸਨ ਭਾਈ ਮਰਦਾਨਾ ਜੀ, ਭਾਈ ਬਾਲਾ ਜੀ। ਆਪ ਇਹਨਾਂ ਯਾਤਰਾਵਾਂ ਦੇ ਦੌਰਾਨ ਵੱਖੋ ਵੱਖ ਧਾਰਮਿਕ ਕੇਂਦਰਾਂ ਤੇ ਗਏ ਔਰ ਸਮਦ੍ਰਿਸ਼ਟ ਭਾਵਨਾ ਦੇ ਨਾਲ ਗਏ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਸਭ ਤੋਂ ਪਹਿਲਾਂ 1497 ਈਸਵੀ ਦੇ ਵਿੱਚ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਦੋਂ ਵੇਈ ਨਦੀ ਵਿੱਚ ਆਪ ਪ੍ਰਵੇਸ਼ ਕਰਦੇ ਨੇ, 3 ਦਿਨਾਂ ਬਾਅਦ ਆਪ ਬਾਹਰ ਨਿਕਲਦੇ ਨੇ ਤਾਂ
ਪੈਗਾਮ ਦਿੰਦੇ ਨੇ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਆਪ ਨੇ ਸਰਵਪ੍ਰਥਮ ਐਲਾਨ ਕਰ ਦਿੱਤਾ ਕਿ ਸਾਰੇ ਇੱਕ ਹਨ, ਇੱਕ ਅਕਾਲ ਪੁਰਖ ਦੀ ਸੰਤਾਨ ਹਨ। ਉਸ ਅਕਾਲ ਪੁਰਖ ਦੀ ਜੋਤ ਸਭਨਾਂ ਦੇ ਵਿੱਚ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਆਪ ਜੀ ਦਾ ਉਦਾਸੀਆਂ ਦਾ ਮੰਤਵ ਵੀ ਸਰਬ ਸਾਂਝੀਵਾਲਤਾ ਸਥਾਪਿਤ ਕਰਨਾ ਸੀ। ਆਪ ਜਿੱਥੇ ਵੀ ਗਏ ਉੱਥੇ ਉਪਦੇਸ਼ ਦਿੱਤਾ। ਆਪ ਨੇ ਹਿੰਦੂ ਨੂੰ ਸੱਚੇ ਹਿੰਦੂ ਹੋਣ ਦਾ ਉਪਦੇਸ਼ ਦਿੱਤਾ। ਆਪ ਨੇ ਮੁਸਲਮਾਨ ਨੂੰ ਮੁਸਲਿਮ ਕਿਸ ਤਰ੍ਹਾਂ ਹੋਇਆ ਜਾ ਸਕਦਾ ਹੈ, ਇਸ ਦੀ ਸੱਚੀ ਸਿੱਖਿਆ ਦਿੱਤੀ। ਆਪ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕੱਢਿਆ, ਕੁਦਰਤ ਦੀ ਉਪਾਸਨਾ ਕਰਨ ਦਾ ਢੰਗ ਦੱਸਿਆ। ਆਪ ਜਗਨਨਾਥਪੁਰੀ ਜਾਂਦੇ ਹਨ ਤੇ ਉੱਥੇ ਹੋ ਰਹੀ ਆਰਤੀ ਨੂੰ ਵੇਖ ਕੇ ਸੀਸ ਨਿਵਾਉਂਦੇ ਹਨ, ਪਰ ਉਸ ਤੋਂ ਉਪਰੰਤ ਇਹ ਸਿੱਖਿਆ ਦਿੰਦੇ ਹਨ ਕਿ ਅਕਾਲ ਪੁਰਖ ਦੀ ਆਰਤੀ ਤਾਂ ਉਸ ਦੀ ਕੁਦਰਤ ਕਰ ਰਹੀ ਹੈ। ਗगन में थाल रव चंद दीपक बने, तार का मंडल जनक मोती, धूप मल आन लो पवन चवरो करे, सगल बन राय फूलंत ज्योति, कैसी आरती होए पव खंडना तेरी आरती, अनहता शब्द बाजंत पेरी। मल्य पर्वत ਵੱਲੋਂ ਆਉਣ ਵਾਲੀ ਹਵਾ ਜੋ ਧੂਪ ਦਾ ਕੰਮ ਕਰ ਰਹੀ ਹੈ, ਔਰ ਸਾਰਾ ਗगन ਆਕਾਸ਼ ਹੈ। ਚੰਦਰਮਾ ਤੇ ਸੂਰਜ ਦੋ ਦੀਵੇ ਹਨ। ਸਾਰੀ ਆਰਤੀ ਅਕਾਲ ਪੁਰਖ ਦੀ ਕੁਦਰਤ ਕਰ ਰਹੀ ਹੈ। ਅਸੀਂ ਜੀਵ ਉਸ ਦੀ ਆਰਤੀ ਕਿਸ ਤਰ੍ਹਾਂ ਕਰ ਸਕਦੇ ਹਾਂ? ਆਪ ਮੱਕੇ ਮਦੀਨੇ ਗਏ ਤਾਂ ਹਾਜੀ ਨੂੰ ਔਰ ਜੀਵਨ ਨੂੰ ਇਹ ਅਹਿਸਾਸ ਕਰਵਾਇਆ ਕਿ ਅਕਾਲ ਪੁਰਖ ਸਰਵ ਵਿਆਪਕ ਹੈ, ਹਰ ਤਰਫ ਮੌਜੂਦ ਹੈ। ਆਪ ਜੀ ਦੀ ਸਿੱਖਿਆ ਸਭਨਾਂ ਲਈ ਸਾਂਝੀ ਸੀ। आपने फरमाया है, हम नहीं चंगे बुरा नहीं कोई। आपने इस्त्री जाति का सम्मान करदियां फरमाया, सो क्यों मंदा आखी है जित जमै राजान। आप जी नूं किसी ने पुछया, पुछन फोल किताब नूं, हिंदू वड्डा के मुसलमान होई, भी हिंदू वड्डा है कि मुसलमान वड्डा है? तां आपने फरमाया, बाबा आखे हाजिया शुभ अमला बाजों दोनों रोई। चंगे कर्मा करके ही चंगे हिंदू होया जा सकता है, चंगे कर्मा करके मुस्लिम होया जा सकता है। सब एक समान हन, कोई वड्डा छोटा नहीं। साहिब श्री गुरु नानक देव जी दी सिक्ख्या सर्वव्यापी है, सर्ब सांझी है। वो सबना दे गुरु हन, सबना दे पीर हन। जाहर पीर जगत गुर बाबा, ਉਹ ਜਗਤ ਗੁਰੂ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚੋਂ ਜੋ ਉਹਨਾਂ ਨੇ 20 ਰਾਗਾਂ ਵਿੱਚ ਉਚਾਰੀ ਹੈ ਔਰ ਤਕਰੀਬਨ 958 ਰਚਨਾਵਾਂ ਹਨ, ਇਹ ਕੁੱਲ ਰਚਨਾਵਾਂ ਮਨੁੱਖਤਾ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀਆਂ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਜ਼ੀਮ ਸ਼ਖਸੀਅਤ ਬਾਰੇ ਦੀਵਾਨ ਨੰਦ ਲਾਲ ਗੋਇਆ ਫਰਮਾਉਂਦੇ ਹਨ, ਜੋ ਆਪਾਂ ਬਾਤ ਕੀਤੀ ਸੀ, ਨਾਨਕ ਨਾਮ ਚੜ੍ਹਦੀ ਕਲਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਨਾਨਕ ਭਾਈ ਨੰਦ ਲਾਲ ਜੀ ਮੁਤਾਬਕ ਕਲਿਆਣਕਾਰੀ ਹੈ। ਆਪ ਫਰਮਾਉਂਦੇ ਹਨ, ਹਰ ਦੋ ਨੂਨ ਨਾਮ ਪਾਕਸ਼ ਨਾਈਮੋ ਨਸੀਰ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਵਿੱਚ ਦੋ ਨੂਨ ਅਰਥਾਤ ਦੋ ਨੰਨੇ ਆਉਂਦੇ ਹਨ। ਦਰਮਿਆਨ ਦੇ ਵਿੱਚ ਕੰਨਾ ਆਉਂਦਾ ਹੈ। ਫਾਰਸੀ ਦੇ ਵਿੱਚ ਕੰਨੇ ਦੀ ਆਵਾਜ਼ ਨੂੰ ਅਲਫ ਰਾਹੀਂ ਬਿਆਨ ਕੀਤਾ ਜਾਂਦਾ ਹੈ। ਹਰ ਦੋ ਨੂਨ ਨਾਮ ਪਾਕਸ਼ ਨਾਈਮੋ ਨਸੀਰ। ਪਹਿਲਾ ਨੰਨਾ ਆਪ ਜੀ ਨੂੰ ਨਿਆਮਤਾਂ ਦੇਣ ਵਾਲੇ ਪ੍ਰਗਟਾਉਂਦਾ ਹੈ। ਦੂਸਰਾ ਨੰਨਾ ਆਪ ਜੀ ਨੂੰ ਨਸੀਰ ਭਾਵ ਮਦਦਗਾਰ ਪ੍ਰਗਟਾਉਂਦਾ ਹੈ। ਇਸ ਦੇ ਦਰਮਿਆਨ ਅਲਫ ਹੈ, ਕੰਨਾ ਹੈ। ਇਹ ਆਪ ਜੀ ਨੂੰ ਅਹਦ ਅਸੀਮ ਪ੍ਰਗਟਾਉਂਦਾ ਹੈ। ਹਰ ਦੋ ਨੂਨ ਨਾਮ ਪਾਕਸ਼ ਨਾਈਮੋ ਨਸੀਰ ਅਲਫੋ ਮਿਆਨਾ ਅਹਦ। ਦਰਮਿਆਨ ਦੇ ਵਿੱਚ ਜੋ ਅਲਫ ਹੈ ਆਪ ਜੀ ਨੂੰ ਅਸੀਮ ਪ੍ਰਗਟਾਉਂਦਾ ਹੈ। ਕਾਫ ਆਖਰੀ, ਅਖੀਰ ਦੇ ਵਿੱਚ ਕਾਫ ਅਰਥਾਤ ਕੱਕਾ ਹੈ, ਜੋ ਆਪ ਜੀ ਨੂੰ ਕਬੀਰ ਅਰਥਾਤ ਵੱਡਾ ਦਰਸਾਉਂਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ
ਚੜ੍ਹਦੀ ਕਲਾ ਵਾਲਾ ਹੈ। ਇਸੇ ਕਰਕੇ ਅਸੀਂ ਨਿਤਾ ਪ੍ਰਤੀ ਅਰਦਾਸ ਵਿੱਚ ਇਹ ਲਫ਼ਜ਼ ਦੁਹਰਾਉਂਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।